ਚਲੋ ਅੱਜ ਸ਼ਾਮ 84 ਦੇ ਅੰਕੜਿਆਂ 'ਚ ਡੂੰਘਾਈ ਨਾਲ ਉਤਰਦੇ ਹਾਂ ਤੇ ਸਮਝਦੇ ਹਾਂ ਲੋਕਾਂ ਦੀ ਆਵਾਜ਼ ਨੂੰ। ਇਹ ਸਿਰਫ ਕੋਈ ਚੋਣ ਵਿਸ਼ਲੇਸ਼ਣ ਨਹੀਂ, ਸਗੋਂ ਇਸ ਡਾਟਾ ਨੂੰ ਇੱਕ ਅਜਿਹੇ ਬਲੂਪ੍ਰਿੰਟ 'ਚ ਬਦਲਣ ਦੀ ਕੋਸ਼ਿਸ਼ ਹੈ ਜਿਸ ਨਾਲ ਸਹੀ ਮਾਇਨਿਆਂ 'ਚ ਸ਼ਾਸਨ ਕੀਤਾ ਜਾ ਸਕੇ। ਆਪਾਂ ਇਹ ਸਮਝਾਂਗੇ ਕਿ ਅੰਕੜੇ ਸਾਨੂੰ ਕੀ ਦੱਸ ਰਹੇ ਨੇ, ਕੀ ਜ਼ਮੀਨੀ ਪੱਧਰ ਤੇ ਲੋਕਾਂ ਦੀ ਅਸਲ ਮੰਗ ਕੀ ਹੈ। ਕਹਿੰਦੇ ਨੇ ਹਰ ਚੋਣ ਇੱਕ ਕਹਾਣੀ ਦੱਸਦੀ ਏ, ਪਰ ਅਸਲ ਕਹਾਣੀ ਉਹ ਤਾਂ ਪੰਜਾਬ ਦੀ ਮਿੱਟੀ 'ਚ ਹੁੰਦੀ ਏ। ਅੱਜ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਸ ਹਲਕੇ ਸ਼ਾਮ 84 ਦੀ ਮਿੱਟੀ ਦੀ ਆਵਾਜ਼ ਸੁਣਾਂਗੇ। ਇਹ ਕਹਾਣੀ ਕਿਸੇ ਲੀਡਰ ਦੀ ਜਿੱਤ ਜਾਂ ਹਾਰ ਦੀ ਨਹੀਂ, ਸਗੋਂ ਇਥੋਂ ਦੇ ਲੋਕਾਂ ਦੀਆਂ ਉਮੀਦਾਂ, ਉਹਨਾਂ ਦੇ ਸੰਘਰਸ਼ਾਂ ਤੇ ਉਹਨਾਂ ਦੀ ਰੋਜ਼ ਦੀ ਜ਼ਿੰਦਗੀ ਦੀ ਹੈ। ਪਰ ਸੋਚੋ, ਉਦੋਂ ਕੀ ਹੁੰਦਾ ਏ ਜਦੋਂ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਇੱਕ ਸਿਆਸੀ ਰਿਵਾਜ ਅਚਾਨਕ ਟੁੱਟ ਜਾਵੇ। 2022 ਵਿੱਚ ਸ਼ਾਮ 84 ਨੇ ਕੁਝ ਐਸਾ ਹੀ ਦੇਖਿਆ। ਜਿੱਥੇ ਸਿਆਸੀ ਜ਼ਮੀਨ ਸਥਿਰ ਲੱਗਦੀ ਸੀ, ਉੱਥੇ ਇੱਕ ਵੱਡਾ ਭੂਚਾਲ ਆ ਗਿਆ। ਅੱਜ ਆਪਾਂ ਇਸੇ ਭੇਦ ਨੂੰ ਖੋਲਾਂਗੇ ਕਿ ਇਹ ਬਦਲਾਅ ਆਇਆ ਕਿਉਂ, ਆਇਆ ਕਿਵੇਂ ਅਤੇ ਇਸ ਦਾ ਮਤਲਬ ਕੀ ਹੈ। ਤਾਂ ਇਸ ਕਹਾਣੀ ਨੂੰ ਸਮਝਣ ਲਈ ਪਹਿਲਾਂ ਇਸ ਜਗ੍ਹਾ ਨੂੰ ਜਾਣਨਾ ਪਵੇਗਾ। ਸ਼ਾਮ 84 ਵਿਧਾਨ ਸਭਾ ਹਲਕਾ ਨੰਬਰ 42 ਅਨੁਸੂਚਿਤ ਜਾਤੀ ਲਈ ਰਾਖਵਾਂ ਹੈ। ਇੱਥੇ ਤਕਰੀਬਨ 1,79,000 ਵੋਟਰ ਨੇ। ਪਰ ਇਹ ਸਿਰਫ ਇੱਕ ਚੋਣ ਖੇਤਰ ਨਹੀਂ, ਇਹ ਪੇਂਡੂ ਪੰਜਾਬ ਦੀਆਂ ਆਸਾਂ ਉਮੀਦਾਂ ਦਾ ਪ੍ਰਤੀਬਿੰਬ ਹੈ। ਇਸ ਲਈ ਇੱਥੋਂ ਦਾ ਜੋ ਫਤਵਾ ਹੁੰਦਾ ਹੈ ਉਹ ਅਕਸਰ ਪੂਰੇ ਸੂਬੇ ਦੇ ਸਿਆਸੀ ਮੂਡ ਦਾ ਸ਼ੀਸ਼ਾ ਬਣ ਜਾਂਦਾ ਹੈ। ਦੇਖੋ, ਕਿਸੇ ਵੀ ਜਗ੍ਹਾ ਦੀ ਸਿਆਸਤ ਨੂੰ ਸਮਝਣਾ ਹੋਵੇ ਨਾ, ਤਾਂ ਉੱਥੋਂ ਦੇ ਸਮਾਜਿਕ ਤਾਣੇ-ਬਾਣੇ ਨੂੰ ਸਮਝਣਾ ਪੈਂਦਾ ਹੈ। ਇੱਥੇ ਲਗਭਗ 60% ਦੀ ਆਬਾਦੀ ਅਨੁਸੂਚਿਤ ਜਾਤੀਆਂ ਦੀ ਹੈ, ਜੋ ਸਿਆਸੀ ਦਿਸ਼ਾ ਤੈਅ ਕਰਨ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ। ਧਰਮ ਦੇ ਲਿਹਾਜ਼ ਨਾਲ ਵੇਖੀਏ ਤਾਂ ਲਗਭਗ 72% ਦੀ ਹਿੰਦੂ ਤੇ 25% ਦੀ ਸਿੱਖ ਆਬਾਦੀ ਹੈ। ਇਹੀ ਗੁੰਝਲਦਾਰ ਸਮਾਜਿਕ ਬਣਤਰ ਇੱਥੋਂ ਦੀ ਸਿਆਸਤ ਨੂੰ ਬਹੁਤ ਦਿਲਚਸਪ ਬਣਾਉਂਦੀ ਹੈ। ਚਲੋ ਫਿਰ ਹੁਣ ਗੱਲ ਕਰਦੇ ਹਾਂ ਉਸ ਵੱਡੇ ਮੋੜ ਦੀ, 2022 ਦੇ ਉਸ ਫਤਵੇ ਦੀ, ਜਿਸ ਨੂੰ ਸਿਆਸੀ ਭੂਚਾਲ ਕਹਿਣਾ ਵੀ ਗਲਤ ਨਹੀਂ ਹੋਵੇਗਾ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਲੋਕਤੰਤਰ ਵਿੱਚ ਹਰ ਵੋਟ ਸਿਰਫ ਇੱਕ ਗਿਣਤੀ ਨਹੀਂ, ਸਗੋਂ ਇੱਕ ਆਵਾਜ਼ ਹੈ ਅਤੇ ਹਰ ਨਾਗਰਿਕ ਦੀ ਇੱਜ਼ਤ, ਉਸਦੀ ਸ਼ਖਸੀਅਤ ਅਤੇ ਉਸਦੀ ਆਵਾਜ਼ ਦਾ ਸਨਮਾਨ ਕਰਨਾ, ਯਹੀ ਸਾਡੀਆਂ ਸੰਵਿਧਾਨਿਕ ਕਦਰਾਂ-ਕੀਮਤਾਂ ਦਾ ਮੂਲ ਹੈ। ਪਹਿਲਾਂ 2017 ਤੇ ਨਜ਼ਰ ਮਾਰੋ। ਉਦੋਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿੱਤ ਦਾ ਫਰਕ ਕਿੰਨਾ ਸੀ? ਸਿਰਫ 3,815 ਵੋਟਾਂ ਦਾ। ਬਹੁਤ ਹੀ ਮਾਮੂਲੀ ਜਿਹਾ ਫਰਕ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਵੇਲੇ ਵੀ ਸੱਤਾ ਤੇ ਪਕੜ ਬਹੁਤ ਹੀ ਮਜ਼ਬੂਤ ਨਹੀਂ ਸੀ ਤੇ ਵੋਟਰਾਂ ਵਿੱਚ ਕਿਤੇ ਨਾ ਕਿਤੇ ਬੇਚੈਨੀ ਮੌਜੂਦ ਸੀ। ਤੇ ਫਿਰ ਆਇਆ 2022 ਦਾ ਸਾਲ ਅਤੇ ਅੰਕੜਾ ਦੇਖੋ, ਆਮ ਆਦਮੀ ਪਾਰਟੀ ਨੇ 21,356 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। 3,815 ਤੋਂ ਸਿੱਧਾ 21,356 ਤੇ ਪਹੁੰਚਣਾ ਇਹ ਕੋਈ ਛੋਟਾ-ਮੋਟਾ ਬਦਲਾਅ ਨਹੀਂ, ਇਹ ਇੱਕ ਸਪਸ਼ਟ ਲਹਿਰ ਸੀ। ਬਦਲਾਅ ਲਈ ਇੱਕ ਜ਼ਬਰਦਸਤ ਫਤਵਾ। ਤਾਂ ਇਹ ਹੋਇਆ ਕਿਵੇਂ? ਆਹ ਬਾਰ ਚਾਰਟ ਸਾਰੀ ਕਹਾਣੀ ਸਾਫ਼ ਕਰ ਦਿੰਦਾ ਹੈ। ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 35% ਤੋਂ ਵੱਧ ਕੇ ਸਿੱਧਾ 49% ਤੇ ਪਹੁੰਚ ਗਿਆ, ਯਾਨੀ ਲਗਭਗ 14% ਦਾ ਵਾਧਾ। ਦੂਜੇ ਪਾਸੇ ਕਾਂਗਰਸ ਦਾ ਵੋਟ ਸ਼ੇਅਰ 38 ਤੋਂ ਡਿੱਗ ਕੇ 32% ਤੇ ਆ ਗਿਆ। ਵੋਟਾਂ ਦਾ ਇਹ ਹੀ ਵੱਡਾ ਤਬਾਦਲਾ ਸੀ ਜਿਸ ਨੇ ਸਾਰੀ ਸਿਆਸੀ ਖੇੜੀ ਪਲਟ ਕੇ ਰੱਖ ਦਿੱਤੀ। ਇੱਕ ਗੱਲ ਹੋਰ ਬੜੀ ਅਹਿਮ ਹੈ, ਇੱਥੋਂ ਦੇ ਲੋਕ ਸਿਆਸਤ ਵਿੱਚ ਪੂਰਾ ਹਿੱਸਾ ਲੈਂਦੇ ਨੇ। 2017 ਵਿੱਚ ਤਕਰੀਬਨ 74% ਦੀ ਵੋਟਿੰਗ ਹੋਈ ਸੀ। ਇਹ ਉੱਚਾ ਆંકੜਾ ਦੱਸਦਾ ਹੈ ਕਿ ਇਹ ਹਲਕਾ ਜਾਗਰੂਕ ਹੈ। ਇੱਥੋਂ ਦੇ ਵੋਟਰ ਚੁੱਪ ਕਰਕੇ ਨਹੀਂ ਬੈਠਦੇ, ਉਹ ਆਪਣੀ ਰਾਏ ਦਿੰਦੇ ਨੇ ਅਤੇ ਜਵਾਬਦੇਹੀ ਮੰਗਦੇ ਨੇ। ਪਰ ਦੇਖੋ, 2022 ਦੀ ਗੱਲ ਸਿਰਫ 2022 'ਚ ਸ਼ੁਰੂ ਨਹੀਂ ਹੋਈ। ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ, ਇਸ ਲਈ ਸਾਨੂੰ ਸਮੇਂ 'ਚ ਪਿੱਛੇ ਜਾਣਾ ਪੈਣਾ ਹੈ। ਚਲੋ ਪਿਛਲੇ 30 ਸਾਲਾਂ ਦੇ ਅੰਕੜਿਆਂ ਦਾ ਇੱਕ ਫੋਰੈਂਸਿਕ ਵਿਸ਼ਲੇਸ਼ਣ ਕਰੀਏ, ਕਿਉਂਕਿ ਡਾਟਾ ਦੀ ਆਪਣੀ ਇੱਕ ਯਾਦਦਾਸ਼ਤ ਹੁੰਦੀ ਹੈ ਜੋ ਸਾਨੂੰ ਲੁਕੇ ਹੋਏ ਪੈਟਰਨ ਦਿਖਾਉਂਦੀ ਹੈ। ਆਹ ਟਾਈਮਲਾਈਨ ਦੇਖੋ, ਇਹ ਸ਼ਾਮ 84 ਦੇ ਸਿਆਸੀ ਮਿਜ਼ਾਜ ਦੀ ਪੂਰੀ ਕਹਾਣੀ ਦੱਸਦੀ ਹੈ। 1992 ਤੋਂ ਲੈ ਕੇ 2022 ਤੱਕ ਵੋਟਰਾਂ ਨੇ ਬਸਪਾ, ਅਕਾਲੀ ਦਲ, ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਸਭ ਨੂੰ ਮੌਕਾ ਦਿੱਤਾ ਹੈ। ਇਸ ਦਾ ਮਤਲਬ ਸਾਫ਼ ਹੈ, ਇਸ ਹਲਕੇ ਨੇ ਕਿਸੇ ਵੀ ਇੱਕ ਪਾਰਟੀ ਨੂੰ ਲੰਮੇ ਸਮੇਂ ਲਈ ਸੱਤਾ 'ਚ ਟਿਕਣ ਨਹੀਂ ਦਿੱਤਾ। ਇੱਥੋਂ ਦਾ ਵੋਟਰ ਬਦਲਾਅ ਕਰਨ ਤੋਂ ਕਦੇ ਝਿਜਕਦਾ ਨਹੀਂ। ਅਤੇ ਜੇ ਆਪਾਂ ਸਿਰਫ ਜਿੱਤ ਦੇ ਮਾਰਜਨ, ਯਾਨੀ ਕਿ ਜਿੱਤ ਦੇ ਫਰਕ ਤੇ ਧਿਆਨ ਦੇਈਏ, ਤਾਂ ਇੱਕ ਪੈਟਰਨ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ। 2022 ਤੋਂ ਪਹਿਲਾਂ ਜਿੱਤਾਂ ਅਕਸਰ ਬਹੁਤ ਹੀ ਥੋੜੇ ਫਰਕ ਨਾਲ ਹੁੰਦੀਆਂ ਸਨ। ਇਸ ਦਾ ਮਤਲਬ ਹੈ ਕਿ ਇੱਥੇ ਸੱਤਾਧਾਰੀ ਧਿਰ ਹਮੇਸ਼ਾ ਹੀ ਕਮਜ਼ੋਰ ਰਹੀ ਹੈ। ਵੋਟਰ ਮੌਜੂਦਾ ਸਰਕਾਰ ਦੇ ਕੰਮ ਤੋਂ ਛੇਤੀ ਨਾਖੁਸ਼ ਹੋ ਜਾਂਦੇ ਨੇ। ਅੱਛਾ, ਕਿ ਸਾਰਾ ਰੁਝਾਨ ਸਿਰਫ ਵਿਧਾਨ ਸਭਾ ਚੋਣਾਂ ਤੱਕ ਹੀ ਸੀ? ਜ਼ਰਾ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਵੀ ਇੱਕ ਨਜ਼ਰ ਮਾਰੀਏ।
ਹੁਸ਼ਿਆਰਪੁਰ ਲੋਕ ਸਭਾ ਸੀਟ, ਜਿਸ ਦਾ ਸ਼ਾਮ 84 ਇੱਕ ਹਿੱਸਾ ਹੈ, ਉੱਥੇ ਆਪ ਨੂੰ 32% ਦੀ ਵੋਟ ਮਿਲੇ। ਇਸ ਤੋਂ ਸਾਫ਼ ਹੈ ਕਿ ਆਪ ਦਾ ਉਭਾਰ ਸਿਰਫ ਇੱਕ ਸਥਾਨਿਕ ਵਰਤਾਰਾ ਨਹੀਂ, ਸਗੋਂ ਇਸ ਦਾ ਅਸਰ ਵੱਡੇ ਪੱਧਰ ਤੇ ਵੀ ਕਾਇਮ ਹੈ। ਤਾਂ ਫਿਰ ਇਤਿਹਾਸ ਤੋਂ ਸਬਕ ਲੈ ਕੇ ਹੁਣ ਭਵਿੱਖ ਵੱਲ ਦੇਖਦੇ ਹਾਂ। ਆਖਿਰ ਉਹ ਕਿਹੜੀਆਂ ਤਾਕਤਾਂ ਨੇ ਜੋ ਇਸ ਹਲਕੇ ਦੀ ਸਿਆਸਤ ਨੂੰ ਅੱਗੇ ਤੋਰ ਰਹੀਆਂ ਨੇ? ਚਲੋ ਇੱਕ ਰਣਨੀਤਿਕ ਮੁਲਾਂਕਣ ਕਰੀਏ ਤਾਂ ਜੋ ਮੌਜੂਦਾ ਸਥਿਤੀ ਨੂੰ ਹੋਰ ਚੰਗੀ ਤਰ੍ਹਾਂ ਸਮਝਿਆ ਜਾ ਸਕੇ। ਕੋਈ ਵੀ ਪਾਰਟੀ ਜੋ ਇੱਥੇ ਵਾਪਸੀ ਕਰਨਾ ਚਾਹੁੰਦੀ ਹੈ, ਉਸ ਲਈ ਇਹ ਸਵਾਟ ਵਿਸ਼ਲੇਸ਼ਣ ਇੱਕ ਸ਼ੀਸ਼ੇ ਦਾ ਕੰਮ ਕਰਦਾ ਹੈ। ਤਾਕਤ ਕੀ ਹੈ? ਪੁਰਾਣਾ ਸਥਾਪਿਤ ਵੋਟ ਬੈਂਕ। ਕਮਜ਼ੋਰੀ? 2022 ਦੀ ਵੱਡੀ ਹਾਰ ਤੇ ਡਿੱਗਿਆ ਹੋਇਆ ਮਨੋਬਲ। ਮੌਕਾ ਕੀ ਹੈ? ਆਪ ਸਰਕਾਰ ਦੇ ਖਿਲਾਫ ਪੈਦਾ ਹੋਣ ਵਾਲੀ ਸੱਤਾ ਵਿਰੋਧੀ ਲਹਿਰ। ਅਤੇ ਖਤਰਾ? ਆਪ ਦੀ ਮੌਜੂਦਾ ਪਕੜ ਤੇ ਉਨ੍ਹਾਂ ਦੀ ਗਰੰਟੀਆਂ ਦੀ ਰਾਜਨੀਤੀ। ਯਾਦ ਰੱਖੋ, ਚੋਣਾਂ ਸਿਰਫ ਚਿਹਰਿਆਂ ਦੀ ਖੇਡ ਨਹੀਂ ਹੁੰਦੀਆਂ। ਇਸ ਦੇ ਪਿੱਛੇ ਵੱਡੇ ਕਾਰਨ ਕੰਮ ਕਰਦੇ ਨੇ। ਰਾਜਨੀਤਿਕ ਤੌਰ ਤੇ ਸੱਤਾ ਵਿਰੋਧੀ ਲਹਿਰ ਦਾ ਡਰ, ਆਰਥਿਕ ਤੌਰ ਤੇ ਖੇਤੀ ਦਾ ਸੰਕਟ, ਸਮਾਜਿਕ ਤੌਰ ਤੇ ਨੌਜਵਾਨਾਂ ਦੀਆਂ ਨੌਕਰੀਆਂ ਦੀਆਂ ਉਮੀਦਾਂ ਤੇ ਜਾਤੀ ਸਮੀਕਰਨ, ਅਤੇ ਤਕਨੀਕੀ ਤੌਰ ਤੇ ਡਿਜੀਟਲ ਪ੍ਰਚਾਰ ਦਾ ਵੱਧਦਾ ਅਸਰ। ਸਾਨੂੰ ਸਿਸਟਮ ਨੂੰ ਸਮਝਣਾ ਪਵੇਗਾ, ਸਿਰਫ ਚਿਹਰਿਆਂ ਨੂੰ ਨਹੀਂ। ਇੰਨਾ ਸਾਰਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਵਾਲ ਉੱਠਦਾ ਹੈ, ਤਾਂ ਫਿਰ ਅੱਗੇ ਦਾ ਰਾਹ ਕੀ ਹੈ? ਹੱਲ ਕੀ ਹੈ? ਇਹ ਇੱਕ ਅਜਿਹਾ ਬਲੂਪ੍ਰਿੰਟ ਹੈ ਜੋ ਕਿਸੇ ਵੀ ਨੇਤਾ ਨੂੰ ਲੋਕਾਂ ਦਾ ਦਿਲ ਜਿੱਤਣ ਦਾ ਰਾਹ ਦਿਖਾ ਸਕਦਾ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਉਹਨਾਂ ਨਾਲ ਜੁੜਨਾ ਜ਼ਰੂਰੀ ਹੈ, ਪਰ ਇਸ ਪ੍ਰਕਿਰਿਆ ਵਿੱਚ ਉਹਨਾਂ ਦੇ ਨਿੱਜੀ ਡੇਟਾ ਦੀ ਗੋਪਨੀਯਤਾ ਦਾ ਸਨਮਾਨ ਕਰਨਾ ਅਤੇ ਸਹਿਮਤੀ ਨਾਲ ਕੰਮ ਕਰਨਾ ਸਭ ਤੋਂ ਵੱਧ ਜ਼ਰੂਰੀ ਹੈ, ਜਿਵੇਂ ਕਿ ਭਾਰਤ ਦੇ ਡਾਟਾ ਸੁਰੱਖਿਆ ਕਾਨੂੰਨ ਵੀ ਕਹਿੰਦੇ ਹਨ। ਇਸ ਲਈ ਇੱਕ ਰਣਨੀਤਿਕ ਢਾਂਚਾ ਹੈ ਜਿਸ ਨੂੰ ਚਤੁਰਮੁਖ ਸਿਧਾਂਤ ਕਿਹਾ ਜਾ ਸਕਦਾ ਹੈ। ਇਸ ਦੇ 4 ਮੁੱਖ ਹਿੱਸੇ ਨੇ, ਬਿਲਕੁਲ ਸਾਦੇ ਤੇ ਸਪਸ਼ਟ। ਪਹਿਲਾ, ਚੋਣ ਚਿਹਰਾ, ਯਾਨੀ ਵੋਟਰਾਂ ਨਾਲ ਸਿੱਧਾ ਸੰਪਰਕ ਬਣਾਉਣਾ। ਦੂਜਾ, ਸੰਗਠਨਾਤਮਕ ਚਿਹਰਾ, ਮਤਲਬ ਜ਼ਮੀਨੀ ਪੱਧਰ ਤੇ ਮਜ਼ਬੂਤ ਟੀਮ ਤਿਆਰ ਕਰਨਾ। ਤੀਸਰਾ, ਬਿਰਤਾਂਤਕ ਚਿਹਰਾ, ਇੱਕ ਸਾਫ਼ ਤੇ ਭਰੋਸੇਯੋਗ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ। ਤੇ ਚੌਥਾ, ਸਰੋਤ ਚਿਹਰਾ, ਜਿੱਤ ਲਈ ਲੋੜੀਂਦੇ ਸਾਧਨਾਂ ਦਾ ਸਹੀ ਪ੍ਰਬੰਧ ਕਰਨਾ। ਪਰ ਸਭ ਤੋਂ ਵੱਡਾ ਸਵਾਲ, ਲੋਕਾਂ ਨਾਲ ਗੱਲ ਕੀ ਕਰਨੀ ਹੈ? ਸੁਨੇਹਾ ਕੀ ਹੋਵੇਗਾ? ਸੁਨੇਹਾ ਹੋਣਾ ਚਾਹੀਦਾ ਹੈ ਵਿਕਾਸ, ਇੱਜ਼ਤ, ਹੱਕ। ਇਹ 3 ਸ਼ਬਦ ਹਰ ਵੋਟਰ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਦਰਸਾਉਂਦੇ ਨੇ। ਕਹਾਣੀ ਇਹੀ ਹੋਣੀ ਚਾਹੀਦੀ ਹੈ, ਵਾਅਦਾ ਵੀ ਇਹੀ ਹੋਣਾ ਚਾਹੀਦਾ ਹੈ, ਇੱਕ ਅਜਿਹਾ ਵਾਅਦਾ ਜੋ ਸਿਰਫ ਚੋਣਾਂ ਤੱਕ ਹੀ ਨਾ ਰਹੇ। ਤੇ ਇਹ ਗੱਲਾਂ ਹਵਾ 'ਚੋਂ ਨਹੀਂ ਆਈਆਂ, ਇਹ ਸਿੱਧੀਆਂ ਲੋਕਾਂ ਦੀਆਂ ਆਵਾਜ਼ਾਂ ਨੇ, ਉਹਨਾਂ ਦੀਆਂ ਤਕਲੀਫਾਂ ਨੇ। ਇਹ ਹੀਟ ਮੈਪ ਸਾਨੂੰ ਦੱਸਦਾ ਹੈ ਕਿ ਲੋਕਾਂ ਨੇ ਸਭ ਤੋਂ ਵੱਡੇ ਮੁੱਦੇ ਕਿਹੜੇ ਨੇ। ਸਭ ਤੋਂ ਪਹਿਲੀ ਤਰਜੀਹ, ਬੁਨਿਆਦੀ ਢਾਂਚੇ ਦੀਆਂ ਕਮੀਆਂ, ਨੌਜਵਾਨਾਂ ਲਈ ਨੌਕਰੀਆਂ ਅਤੇ ਖੇਤੀਬਾੜੀ ਦਾ ਸੰਕਟ। ਸਫਲ ਸ਼ਾਸਨ ਦਾ ਮਤਲਬ ਹੈ ਇਨ੍ਹਾਂ ਮੁੱਦਿਆਂ ਤੇ ਦਿਨ-ਰਾਤ ਕੰਮ ਕਰਨਾ। ਤਾਂ ਗੱਲ ਬਿਲਕੁਲ ਸਾਫ਼ ਹੈ। ਡਾਟਾ, ਵਿਸ਼ਲੇਸ਼ਣ, ਇਹ ਸਭ ਤੁਹਾਨੂੰ ਭਰੋਸਾ ਜਿੱਤਣ ਦਾ ਇੱਕ ਨਕਸ਼ਾ ਤਾਂ ਦੇ ਸਕਦੇ ਨੇ, ਪਰ ਅਸਲ ਸਵਾਲ ਤਾਂ ਇਹ ਹੈ ਕਿ ਯੋਜਨਾਬੱਧ ਕੰਮ ਅਤੇ ਸੱਚੇ ਸ਼ਾਸਨ ਦੇ ਇਸ ਔਖੇ ਪਰ ਸਹੀ ਰਸਤੇ ਤੇ ਚੱਲਣ ਦੀ ਹਿੰਮਤ ਤੇ ਇੱਛਾ ਸ਼ਕਤੀ ਕਿਸ ਕੋਲ ਹੈ। ਨਕਸ਼ਾ ਹੋਣਾ ਇੱਕ ਗੱਲ ਹੈ, ਪਰ ਮੰਜ਼ਿਲ ਤੱਕ ਪਹੁੰਚਣ ਲਈ ਸਫ਼ਰ ਤੈਅ ਕਰਨਾ ਉਹ ਬਿਲਕੁਲ ਦੂਜੀ ਗੱਲ ਹੈ। ਜੇਕਰ ਤੁਸੀਂ ਇੱਕ ਲੋਕ ਕੇਂਦਰਿਤ ਨੇਤਾ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ, ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 080 4204 1602 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਇੱਕ ਮਕਸਦ, ਪਰਪਸ ਬਿਯੋਂਡ ਪੋਲਿਟਿਕਸ।